नमस्कार जी, सत श्रीकाल। मैं मनीष स्टडीवर्ड इमीग्रेशन तो ਆਸਟ੍ਰੇਲੀਆ ਦੇ ਵੀਜ਼ਾਸ ਕਾफ़ੀ ਟਾਈਮ ਲਗਾ ਰਹੇ ਨੇ। ਵੀਜ਼ਾ ਸਕਸੈਸ ਰੇਟ ਕਾफ़ੀ ਲੋ ਚੱਲ ਰਿਹਾ ਇਸ ਟਾਈਮ 'ਤੇ। ਤੁਸੀਂ ਦੇਖਿਆ ਹੋਵੇ ਕਾफ़ੀ ਬੱਚਿਆਂ ਨੂੰ ਜੋ ਫੰਡਸ ਦੀ ਰਿਕੁਆਇਰਮੈਂਟ ਮੰਗੀ ਗਈ ਵੀ, ਉਹਨਾਂ ਨੇ ਫਾਈਲ ਲਗਾਈ ਐਮਬੈਸੀ ਦੇ ਵਿੱਚ, ਬਟ ਫੰਡਸ ਨਹੀਂ ਲਗਾਏ ਤਾਂ ਉਹਨਾਂ ਕੋਲ ਫੰਡਸ ਮੰਗੇ ਗਏ, ਅਤੇ ਜਦ ਉਹਨਾਂ ਨੇ ਫੰਡਸ ਨਹੀਂ ਦਿੱਤੇ ਜਾਂ ਫਿਰ ਉਹਨਾਂ ਨੇ ਫੰਡ ਜਿਹੜੇ ਸੀਗੇ ਉਹ ਨਵੇਂ ਪ੍ਰੋਵਾਈਡ ਕੀਤੇ ਅਤੇ ਉਹਨਾਂ ਦੀ ਵੀਜ਼ਾ ਰਿਫਿਊਜ਼ਲ ਆਈ। ਅਤੇ ਕਾफ़ੀ ਬਦਲਾਵ ਹੈਗੇ ਨੇ ਆਸਟ੍ਰੇਲੀਆ ਫਾਈਲਿੰਗ ਦੇ ਵਿੱਚ ਲੈ ਕੇ, ਖਾਸ ਕਰ ਫੰਡਸ ਨੂੰ ਲੈ ਕੇ ਵੀ ਜਿਹੜੇ ਕੰਸਲਟੈਂਟ ਫੰਡਸ ਨਹੀਂ ਲਗਾਉਂਦੇ ਸੀ ਐਮਬੈਸੀ ਦੇ ਵਿੱਚ, ਜਾਂ ਫਿਰ ਉਹ ਕੰਸਲਟੈਂਟ ਜਿਹੜੇ ਫੇਕ ਫੰਡਸ ਲਗਾਉਂਦੇ ਸੀ, ਉਹਨਾਂ ਦੀ ਸਕਸੈਸ ਰੇਟ ਜਿਹੜਾ ਵੀਜ਼ਾ ਦਾ ਬਹੁਤ ਘੱਟ ਗਿਆ ਹੈ ਅਤੇ ਵੀਜ਼ਾ ਨਹੀਂ ਆ ਰਹੇ ਉਹਨਾਂ ਦੇ। ਅਤੇ ਜਿਹੜੇ ਕੰਸਲਟੈਂਟ ਸਹੀ ਤਰੀਕੇ ਨਾਲ ਫਾਈਲ ਲਗਾ ਰਹੇ ਨੇ, ਫੰਡਸ ਨੂੰ ਦਿਖਾ ਕੇ ਲਗਾ ਰਹੇ ਨੇ, ਇਨਕਮ ਦੇ ਡਾਕੂਮੈਂਟਸ ਦਿਖਾ ਰਹੇ ਨੇ, ਜਾਂ ਫਿਰ ਲਾਈਕ ਜਿਹੜੇ ਫੰਡਸ ਹੈਗੇ ਨੇ ਉਹਨੂੰ ਪ੍ਰੋਪਰ ਕਵਰ ਕਰਕੇ ਲਗਾ ਰਹੇ ਨੇ, ਜੈਨੂਇਨ ਫੰਡਸ ਦੇ ਨਾਲ ਫਾਈਲ ਲਗਾ ਰਹੇ ਨੇ, ਉਹਨਾਂ ਦੇ ਵੀਜ਼ੇ ਆ ਰਹੇ ਨੇ। ਤੁਹਾਡੇ ਸਾਹਮਣੇ ਲੈ ਕੇ ਆਇਆ ਜੀ ਰੀਸੈਂਟ ਸਾਡੇ ਫਰਾਈਡੇ ਜੋ ਕੱਲ੍ਹ ਸੀਗਾ ਉਹਦੇ ਵੀਜ਼ਾਸ ਲੈ ਕੇ ਆਇਆ ਮੈਂ ਤੁਹਾਡੇ ਸਾਹਮਣੇ ਜੀ। 2 ਵੀਜ਼ਾਸ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਪ੍ਰੋਫਾਈਲਸ ਵੀ ਤੁਹਾਡੇ ਨਾਲ ਡਿਸਕਸ ਕਰੂੰਗਾ ਵੀ ਕਿਹੜੀਆਂ ਵੀਜ਼ਾ ਦੀਆਂ ਪ੍ਰੋਫਾਈਲ ਸੀਗੀਆਂ, ਕਿਸ ਤਰੀਕੇ ਨਾਲ ਵੀਜ਼ੇ ਆਏ, ਵੀ ਕੋਈ ਆਸਾਨ ਕੇਸ ਨਹੀਂ ਸੀਗੇ ਵੀ। ਦੋਨੋਂ ਬੱਚੇ ਇਹ ਆਪਣੇ +2 ਪਾਸ ਸੀਗੇ। +2 ਜਿਹੜੀ ਹੈਗੀ 2020 ਦੀ ਸੀਗੀ ਦੋਨਾਂ ਦੀ, ਇਹਨਾਂ ਦੀ, ਅਤੇ ਦੋਨਾਂ ਦੇ ਵੀਜ਼ਾ ਜਿਹੜੇ ਹੈਗੇ, ਇੱਕ ਦਾ 29 ਤਰੀਕ ਦਾ ਵੀਜ਼ਾ ਗ੍ਰਾਂਟ ਹੋਇਆ ਜੀ। 29 ਤਰੀਕ ਦਾ ਮਤਲਬ ਸੀਗਾ ਫਰਾਈਡੇ, ਅਤੇ 30 ਤਰੀਕ ਦਾ ਵੀਜ਼ਾ ਸੀਗਾ ਜੀ ਅਪ੍ਰੈਲ ਦਾ, ਅਤੇ 30 ਤਰੀਕ ਦਾ ਸੀਗਾ ਦਿਨ ਸੈਟਰਡੇ। ਵੀ ਫਰਾਈਡੇ ਸੈਟਰਡੇ ਨੂੰ ਵੀ ਵੀਜ਼ਾ ਗ੍ਰਾਂਟ ਕੀਤੇ ਗਏ ਨੇ, ਅਤੇ ਸੈਟਰਡੇ ਦਾ ਵੀਜ਼ਾ ਜਿਹੜਾ ਹੈਗਾ 30 ਤਰੀਕ ਦਾ ਅਪ੍ਰੈਲ ਦਾ ਵੀਜ਼ਾ ਹੈਗਾ। ਜਦੋਂ ਮਰਜ਼ੀ ਤੁਸੀਂ ਔਨਲਾਈਨ ਆ ਕੇ ਵੈਰੀਫਾਈ ਕਰੋ, ਚੈੱਕ ਕਰੋ। ਦੋਨੋਂ ਬੱਚੇ +2 ਜਿਹੜੀ ਸੀਗੀ 2020 ਦੀ ਸੀਗੀ, ਅਤੇ 2020 ਤੋਂ ਬਾਅਦ ਦੋਨੋਂ ਬੱਚਿਆਂ ਨੇ ਕੁਛ ਨਹੀਂ ਕੀਤਾ ਸੀਗਾ। ਦੋਨਾਂ ਦੇ ਬੈਂਡ 6 ਬੈਂਡ ਓਵਰਆਲ, 2 'ਚ 5.5 ਸੀਗੇ, ਅਤੇ ਇੱਕ ਬੱਚਾ ਮੈਡੀਕਲ ਦਾ ਬੱਚਾ ਸੀਗਾ, ਦੂਸਰਾ ਬੱਚਾ ਆਰਟਸ ਦਾ। ਅਤੇ ਆਰਟਸ +2 2020 6 ਬੈਂਡ ਓਵਰਆਲ, 5.5 ਤੋਂ ਘੱਟ ਦਾ ਵੀ ਵੀਜ਼ਾ ਗ੍ਰਾਂਟ ਕੀਤਾ ਹੈ ਸੀ। +2 ਆਰਟਸ 2020 6 ਬੈਂਡ ਓਵਰਆਲ, 5.5 ਤੋਂ ਘੱਟ ਨਹੀਂ ਇਹ ਬੱਚੇ ਦੇ, ਅਤੇ ਇਹਦਾ ਵੀ ਅੱਜ ਜਿਹੜਾ ਵੀਜ਼ਾ ਗ੍ਰਾਂਟ ਹੋਇਆ ਹੈ। ਅਤੇ ਜਿਹੜਾ ਮੈਡੀਕਲ ਵਾਲੇ ਦਾ ਵੀ +2 2020 ਦਾ ਗ੍ਰਾਂਟ ਹੋਇਆ ਵੀਜ਼ਾ। ਅਤੇ ਉਹਨੇ ਇਹਦੇ 'ਚ ਬਸ ਇੰਨੀ ਕੁ ਗੱਲ ਸੀਗੀ ਵੀ ਫਾਈਨੈਂਸ਼ੀਅਲ ਡਾਕੂਮੈਂਟ ਸੀਗੇ ਜਿਹੜੇ ਉਹ ਪ੍ਰੋਪਰ ਦਿਖਾਏ ਗਏ ਸੀਗੇ, ਵੀ ਫੰਡਸ ਜਿਹੜੇ ਹੈਗੇ ਨੇ ਪ੍ਰੋਪਰ ਦਿਖਾਏ ਗਏ ਸੀਗੇ। ਉਹਦਾ ਜਿਹੜੇ ਫੰਡਸ ਨਵੇਂ ਸੀਗੇ, ਦੋਨੋਂ ਬੱਚਿਆਂ ਦੇ ਨਵੇਂ ਫੰਡ ਸੀ। ਇਹਦੇ 'ਚ ਸੋਰਸ ਦਿਖਾਇਆ ਗਿਆ ਵੀ ਸੋਰਸ ਕਿੱਥੇ ਹੈ, ਵੀ ਅਗਰ ਨਵੇਂ ਫੰਡਸ ਹੈ ਉਹਦਾ ਸੋਰਸ ਕੀ ਹੈ। ਪਲੱਸ ਇਨਕਮ ਦੇ ਡਾਕੂਮੈਂਟਸ ਪ੍ਰੋਪਰ ਦਿਖਾਏ ਗਏ, SOP ਪ੍ਰੋਪਰ ਦਿਖਾਈ ਗਈ, ਅਤੇ +2 ਤੋਂ ਬਾਅਦ ਕੋਈ ਵੀ ਫੇਕ ਡਾਕੂਮੈਂਟਸ ਨਹੀਂ ਲਗਾਇਆ ਗਿਆ। ਕੋਈ ਇਹ ਨਹੀਂ ਹੈ ਵੀ ਡਿਪਲੋਮਾ ਲਗਾਤਾ ਕਿਸੇ ਚੀਜ਼ ਦਾ ਜਾਂ ਕੁਛ ਵੀ ਹੈ। ਉਹਦੇ 'ਚ ਪ੍ਰੋਪਰ ਐਕਸਪਲੇਨ ਕੀਤਾ ਗਿਆ ਵੀ 2020 ਤੋਂ ਬਾਅਦ ਮੈਂ ਕੀ ਕੀਤਾ। ਉਹਦੇ ਵਿੱਚ SOP ਦੇ ਵਿੱਚ ਸਾਰੇ ਡਾਕੂਮੈਂਟੇਸ਼ਨ ਜਿਹੜੀ ਹੈਗੀ ਹੈ ਵੀ ਜੋ ਵੀ ਗੈਪ ਦੀ ਪ੍ਰੋਬਲਮ ਸੀਗੀ, ਜੋ ਵੀ ਇਸ਼ੂ ਸੀਗੇ, ਉਹ ਸਾਰੀ SOP ਦੇ ਵਿੱਚ ਐਕਸਪਲੇਨ ਕੀਤੀ ਗਈ, ਅਤੇ ਜੈਨੂਇਨ ਡਾਕੂਮੈਂਟਸ ਨਾਲ ਅਤੇ ਐਕਸਪਲੇਨੇਸ਼ਨ ਨਾਲ ਵੀਜ਼ਾ ਦਿੱਤਾ ਗਿਆ, ਨਾ ਕਿ ਕੋਈ ਡਿਪਲੋਮਾ ਲਗਾ ਕੇ ਜਾਂ ਕੋਈ ਕਹਾਣੀ ਪਾ ਕੇ ਵਿੱਚ ਦੀ ਜਾਂ ਡਾਕੂਮੈਂਟ ਐਡੀਟਿੰਗ ਕਰਕੇ ਵੀ ਵੀਜ਼ਾ ਦਿੱਤਾ ਗਿਆ ਨਾ। ਪ੍ਰੋਪਰ ਜੈਨੂਇਨ ਡਾਕੂਮੈਂਟਸ 'ਤੇ ਵੀਜ਼ਾ ਦਿੱਤਾ, ਕੋਈ ਗੈਪ ਨਹੀਂ ਦਿਖਾਇਆ ਗਿਆ ਵਿੱਚ ਦੀ ਵੀ। ਸਿਰਫ ਐਕਸਪਲੇਨੇਸ਼ਨ ਦਿੱਤੀ ਗਈ ਵੀ ਗੈਪ ਮੇਰਾ ਕਿਉਂ ਬਣਿਆ, ਜੋ ਕਿ ਬਹੁਤ ਤਰੀਕੇ ਹੈਗੇ ਨੇ ਐਕਸਪਲੇਨ ਕਰਨ ਦੇ, ਕਿਉਂਕਿ ਕੋਵਿਡ ਇੱਕ ਬਹੁਤ ਵੱਡਾ ਰੀਜ਼ਨ ਸੀਗਾ, ਅਤੇ ਉਹ ਇੱਕ ਅਸੀਂ ਉਹਨੂੰ ਹਾਈਲਾਈਟ ਕੀਤਾ ਵੀ ਕੋਵਿਡ ਦੀ ਵਜ੍ਹਾ ਤੋਂ ਅਸੀਂ ਬੱਚੇ ਦਾ ਜਿਹੜਾ ਹੈਗਾ ਗੈਪ ਬਣਿਆ, ਅਤੇ ਉਹਦਾ ਵੀ ਕੋਵਿਡ 'ਚ ਕਿਉਂ ਨਹੀਂ ਇੰਡੀਆ ਪੜ੍ਹਨਾ ਚਾਹੁੰਦਾ ਸੀ, ਕਿਉਂ ਨਹੀਂ ਬਾਹਰ ਪੜ੍ਹ ਪਾਇਆ, ਕਿਉਂ ਨਹੀਂ ਬਾਹਰ ਅਪਲਾਈ ਕਰ ਪਾਇਆ, ਉਹਦੇ ਸਾਰੇ ਅਸੀਂ ਰੀਜ਼ਨਿੰਗ ਦਿੱਤੀ। ਅਤੇ ਇਹ ਜਿਹੜੀ ਗੈਪ ਦੀ ਰੀਜ਼ਨਿੰਗ ਹੈ ਅਸੀਂ ਫਰੰਟ ਪੇਜ 'ਤੇ ਵੀ ਦੂਸਰੇ ਤੀਸਰੇ ਪੈਰਾਗ੍ਰਾਫ 'ਚ ਅਸੀਂ ਇਹਨੂੰ ਐਂਟਰ ਕੀਤਾ, ਬਜਾਏ ਕਿ ਉਹਨੂੰ ਪਿੱਛੇ ਰੱਖਣ ਦੇ ਜਾਂ ਉਹਨੂੰ ਬੈਕਫੁੱਟ 'ਤੇ ਆਉਣ ਦੇ, ਵੀ ਅਸੀਂ ਪਹਿਲਾਂ ਹੀ ਫਰੰਟ 'ਤੇ ਰੱਖਿਆ ਉਹ ਚੀਜ਼ ਨੂੰ, ਵੀ ਪਹਿਲਾਂ ਹੀ ਮੈਂ ਦੱਸ ਦਿੰਦਾ ਜੀ ਮੇਰਾ ਗੈਪ ਕਿਉਂ ਬਣਿਆ ਅਤੇ 2020 ਤੋਂ ਬਾਅਦ ਮੈਂ ਕਿਉਂ ਨਹੀਂ ਕੁਛ ਕੀਤਾ ਹੈਗਾ। ਅਤੇ ਜਦ ਆਪਾਂ ਇਮਾਨਦਾਰੀ ਨਾਲ ਅਤੇ ਓਨੈਸਟਲੀ ਅਤੇ ਫਰੰਟ ਫੁੱਟ 'ਤੇ ਰਹਿ ਕੇ ਅਤੇ ਸਹੀ ਤਰੀਕੇ ਨਾਲ ਆਪਾਂ ਐਕਸਪਲੇਨ ਕਰਦੇ ਹਾਂ, ਜੈਨੂਇਨ ਜੇ ਰੀਜ਼ਨ ਦਿੰਦੇ ਹਾਂ, ਤਾਂ ਵੀਜ਼ਾ ਦੇ ਵਿੱਚ ਕਿਤੇ ਦਿੱਕਤ ਨਹੀਂ ਆਉਂਦੀ। ਅਤੇ ਜਦੋਂ ਅਸੀਂ ਕਹਾਣੀ ਪਾਉਂਦੇ ਹਾਂ ਨਾ ਜੀ ਅਸੀਂ ਤਾਂ ਡਿਪਲੋਮਾ ਕਰਦੇ ਹਾਂ ਜੀ, ਜਾਂ ਅਸੀਂ ਡਾਕੂਮੈਂਟੇਸ਼ਨ ਚੇਂਜ ਕਰਕੇ ਲਗਾਉਂਦੇ ਹਾਂ, ਜਾਂ ਕੁਛ ਵੀ ਉੱਪਰ ਨੀਚੇ ਕਰਦੇ ਹਾਂ, ਅਤੇ ਉਹਦੇ ਵਿੱਚ ਸਕਸੈਸ ਰੇਟ ਜਿਹੜਾ ਤੁਹਾਡਾ ਬਹੁਤ ਘੱਟ ਜਾਂਦਾ ਹੈ, ਅਤੇ ਬੈਨ ਲੱਗਣ ਦੇ ਵੀ ਚਾਂਸਿਸ ਰਹਿੰਦੇ ਨੇ। ਕਿਉਂਕਿ ਅਗਰ ਤੁਸੀਂ ਕੋਈ ਡਿਪਲੋਮਾ ਵੀ ਲਗਾ ਰਹੇ ਹੋ ਫੋਰ ਐਗਜ਼ਾਮਪਲ, ਅਤੇ ਉਹ ਫੇਕ ਹੈਗਾ, ਉਹ ਵੈਰੀਫਾਈਬਲ ਨਹੀਂ ਹੈਗਾ, ਜਾਂ ਕਿਤੇ ਨਾ ਕਿਤੇ ਵੀ ਤੁਸੀਂ ਬਣਵਾ ਕੇ ਲਗਵਾਇਆ ਹੋਇਆ, ਅਤੇ ਜਦੋਂ ਮੈਸੇਜ ਜਾਏਗਾ ਤਾਂ ਪਹਿਲੀ ਗੱਲ ਉਹਨਾਂ ਨੂੰ ਪਤਾ ਵੀ ਇਹ ਬਣਵਾਇਆ ਹੋਇਆ, ਅਤੇ ਇਹਦੇ ਵਿੱਚ ਬੱਚੇ ਨੇ ਐਕਚੁਅਲ 'ਚ ਕੁਛ ਨਹੀਂ ਕੀਤਾ। ਅਤੇ ਦੂਸਰੀ ਗੱਲ ਇਹਦੇ ਵਿੱਚ ਇਹ ਰਹਿੰਦੀ ਹੈ ਵੀ ਜਦੋਂ ਤੁਸੀਂ ਇਸ ਡਾਕੂਮੈਂਟ ਲਗਾਉਂਦੇ ਹੋ ਤਾਂ ਤੁਹਾਡਾ ਬੈਨ ਲੱਗਣ ਦਾ ਵੀ ਚਾਂਸਿਸ ਵੱਧ ਜਾਂਦੇ ਨੇ। ਪਰ ਇਹ ਵੀ ਹੋ ਸਕਦਾ ਹੈ ਵੀ ਤੁਸੀਂ ਜਿਹੜੀ ਫੀਸ ਭਰੀ ਹੈ ਤੁਹਾਡਾ ਰਿਫੰਡ ਨਾ ਆਏ, ਅਤੇ 3 ਸਾਲ ਦਾ ਤੁਹਾਡਾ ਬੈਨ ਲੱਗੇਗਾ, ਅਤੇ ਉਹ ਵੀ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਹੋ ਜਾਂਦੀ। ਜੋ ਵੀ ਤੁਸੀਂ ਫੀਸ 5, 7, 8 ਲੱਖ ਰੁਪਏ ਭਰੀ ਹੈ ਤੁਹਾਡਾ ਰਿਫੰਡ ਨਹੀਂ ਆਏਗਾ ਅਗਰ ਤੁਹਾਡੇ ਡਾਕੂਮੈਂਟੇਸ਼ਨ ਜਿਹੜੇ ਸੀਗੇ ਫਰਾਜੂਲੈਂਟ ਡਾਕੂਮੈਂਟ ਤੁਹਾਡੇ ਇਮੀਗ੍ਰੇਸ਼ਨ ਨੇ ਪਾਏ। ਅਤੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਵੀ ਸਹੀ ਡਾਕੂਮੈਂਟਸ ਨਾਲ ਲਗਾ ਰਹੇ ਹੋ ਵੀਜ਼ਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ। ਮੈਂ ਮਿਨੀਮਮ
ਗੱਲ ਕਰਾਂ ਵੀ अगर तुसीं लगा दो भी 17-18 ਲੱਖ ਰੁਪਏ ਦੇ ਫੰਡ ਵੀ ਤੁਸੀਂ ਅਗਰ ਦਿਖਾ ਸਕਦੇ ਹੋ ਤੇ ਤੁਸੀਂ ਇਹ ਸੋਚੋ ਵੀ 17-18 ਲੱਖ ਰੁਪਏ ਦੇ ਫੰਡਸ ਤੁਸੀਂ ਨਵੇਂ ਪੁਰਾਣੇ ਰਿਸ਼ਤੇਦਾਰਾਂ ਦੇ, ਕੋਈ ਦੂਰ ਦਾ ਰਿਸ਼ਤੇਦਾਰ ਹੈ, ਕੋਈ ਨੇੜੇ ਦਾ ਰਿਸ਼ਤੇਦਾਰ ਹੈ, ਕੋਈ ਵੀ ਹੈ, ਤੇ ਨਵੇਂ ਵੀ ਫੰਡਸ ਹੈਗੇ ਨੇ, ਕੋਈ ਐਜੂਕੇਸ਼ਨ ਲੋਨ ਹੈ, ਕੋਈ ਲੋਨ ਅਗੇਂਸਟ ਪ੍ਰੋਪਰਟੀ ਹੈ, ਕੋਈ ਗੋਲਡ ਦੇ ਅਗੇਂਸਟ, ਜਿਵੇਂ ਲੇਡੀਜ਼ ਦੇ ਕੋਲੇ ਘਰੇ ਤੁਹਾਡੇ ਪੇਰੈਂਟਸ ਕੋਲੇ, ਤੁਹਾਡੇ ਮੰਮੀ ਪਾਪਾ ਕੋਲੇ, ਦਾਦਾ ਦਾਦੀ ਕੋਲੇ ਗੋਲਡ ਹੋਏਗਾ ਵੀ ਆਮ ਤੌਰ 'ਤੇ ਅੱਜ ਕੱਲ੍ਹ ਘਰਾਂ 'ਚ ਵੀ 30-35 ਤੋਲੇ ਸੋਨਾ ਹੁੰਦਾ ਹੈ, ਉਹਦੇ ਅਗੇਂਸਟ ਵੀ ਤੁਸੀਂ ਗੋਲਡ ਲੋਨ ਲੈ ਸਕਦੇ ਹੋ ਜੋ ਕਿ ਨਵਾਂ ਹੀ ਐਕਸੈਪਟੇਬਲ ਹੈ। ਇਸ ਤੋਂ ਇਲਾਵਾ ਕੋਈ ਐਜੂਕੇਸ਼ਨ ਲੋਨ ਤੁਸੀਂ ਅਪਲਾਈ ਕਰਨਾ ਹੈ, ਕੋਈ ਲੋਨ ਅਗੇਂਸਟ ਪ੍ਰੋਪਰਟੀ ਹੈ, ਕੋਈ ਸ਼ਹਿਰੀ ਪ੍ਰੋਪਰਟੀ ਹੈ, ਉਹਦੇ ਵਿੱਚ ਅਪਲਾਈ ਕਰਨਾ ਉਹ ਵੀ ਪੋਸੀਬਲ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਫੰਡਸ ਨਹੀਂ ਹੈਗੇ, ਤੁਹਾਡੇ ਕੋਲ ਐਗਰੀਕਲਚਰ ਲਿਮਿਟ ਹੈ, ਐਗਰੀਕਲਚਰ ਲਿਮਿਟ ਦੇ ਪੈਸੇ ਨੂੰ ਤੁਸੀਂ ਅਗਰ ਸੇਵਿੰਗ ਅਕਾਊਂਟ 'ਚ ਪਾ ਕੇ ਤੁਸੀਂ ਅਪਲਾਈ ਕਰਦੇ ਹੋ ਉਹ ਵੀ ਐਕਸੈਪਟੇਬਲ ਹੋ ਜਾਂਦਾ ਹੈ, ਬਟ ਉਹਦੇ 'ਚ ਸੋਰਸ ਦਿਖਾਉਣਾ ਪੈਂਦਾ ਅਤੇ ਕਾਫੀ ਤਰੀਕੇ ਆ ਫੰਡਸ ਦਿਖਾਉਣ ਦੇ ਵੀ। ਅਗਰ ਤੁਸੀਂ ਫੀਸ ਜਿਹੜੀ ਹੈਗੀ ਤੁਸੀਂ ਕੈਸ਼ ਨਾਲ ਭਰ ਦਿਓ, ਨਾਲ ਇਨਕਮ ਦੇ ਡਾਕੂਮੈਂਟਸ ਪ੍ਰੋਪਰ ਦਿਖਾਓ, ਪਲੱਸ ਤੁਸੀਂ ਜਿਹੜੇ ਫੰਡਸ ਹੈਗੇ ਨੇ ਜੈਨੂਅਨ ਫੰਡਸ ਦੇ ਨਾਲ ਅਪਲਾਈ ਕਰਦੇ ਹੋ ਤੇ ਬੇਸ਼ੱਕ ਤੁਹਾਡਾ ਗੈਪ ਹੈ, ਬੇਸ਼ੱਕ ਤੁਹਾਡੀ ਪ੍ਰੋਫਾਈਲ ਕਮਜ਼ੋਰ ਹੈ, ਜਿਵੇਂ ਆਰਟਸ ਵਾਈਜ਼ ਦੀ ਪ੍ਰੋਫਾਈਲ ਹੈ, 20 ਪਾਸ ਆਊਟ ਦੀ ਪ੍ਰੋਫਾਈਲ ਹੈ, ਤੇ ਐਸੇ ਬੱਚੇ ਦਾ ਵੀ ਵੀਜ਼ਾ ਗ੍ਰਾਂਟ ਹੋ ਜਾਂਦਾ ਜਦ ਤੁਸੀਂ ਵੀ ਜੈਨੂਅਨ ਤਰੀਕੇ ਨਾਲ ਫਾਈਲ ਅਪਲਾਈ ਕਰਦੇ ਹੋ। ਇਹ ਜਿਹੜੇ ਵੀਜ਼ੇ ਆ ਅਪਰੋਕਸੀਮੇਟਲੀ 1.5 ਮਹੀਨੇ 'ਚ ਵੀਜ਼ੇ ਦੋਨਾਂ ਦੇ ਗ੍ਰਾਂਟ ਹੋਏ ਨੇ ਤੇ ਕੋਈ ਬੱਚੇ ਨੂੰ ਇੰਟਰਵਿਊ ਨਹੀਂ ਆਈ, ਕੋਈ ਇਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਦੀ ਕੋਈ ਈਮੇਲ ਨਹੀਂ ਆਈ ਹੈਗੀ ਐਮਬੈਸੀ ਤਰਫੋਂ ਬੱਚਿਆਂ ਨੂੰ ਵੀ ਠੀਕ ਹੈ ਫਾਈਨੈਂਸ਼ੀਅਲ ਡਾਕੂਮੈਂਟ ਜੈਨੂਅਨ ਸੀਗੇ ਤੇ ਜਦੋਂ ਉਹਨਾਂ ਨੇ ਵੈਰੀਫਾਈ ਕੀਤਾ ਹੋਏਗਾ ਤੇ ਉਹ ਜੈਨੂਅਨ ਨਿਕਲੇ ਹੋਣੇ ਆ ਤੇ ਉਹਦੇ ਬੇਸ ਤੇ ਬੱਚਿਆਂ ਨੂੰ ਦੋਨਾਂ ਨੂੰ ਵੀਜ਼ਾ ਦਿੱਤਾ ਗਿਆ ਵੀ 29 ਤਰੀਕ ਦਾ ਵੀਜ਼ਾ ਹੈ ਜੀ, 30 ਤਰੀਕ ਦਾ ਵੀਜ਼ਾ ਤੁਸੀਂ ਆ ਕੇ ਆਨਲਾਈਨ ਚੈੱਕ ਕਰੋ, ਆਨਲਾਈਨ ਫਾਈਲ ਜ਼ਰੂਰ ਚੈੱਕ ਕਰੋ। ਜਦ ਵੀ ਕੋਈ ਕੰਸਲਟੈਂਟ ਕਹਿੰਦਾ ਸੀ ਵੀਜ਼ਾ ਦਵਾਇਆ ਤੇ ਹੁਣ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ 30 ਅਪ੍ਰੈਲ ਦਾ ਵੀਜ਼ਾ, 30 ਅਪ੍ਰੈਲ ਨੂੰ ਸੀ ਸੈਟਰਡੇ, ਹੁਣ ਬੱਚਾ ਸੋਚਣ ਵਾਲਾ ਦੇਖੇਗਾ ਸੈਟਰਡੇ ਕਿਹੜਾ ਐਮਬੈਸੀ ਖੁੱਲ੍ਹੀ ਹੁੰਦੀ ਹੈ, ਜੋ ਵੀ ਹੈ ਹਰ ਚੀਜ਼ ਚੱਲਦੀ ਹੈ ਜੀ। ਸੰਡੇ ਤੱਕ ਦੇ ਵੀਜ਼ੇ ਅਸੀਂ ਦੇਖੇ ਨੇ ਆਏ, ਇਸ ਕਰਕੇ ਕਦੇ ਵੀ ਕਿਸੇ ਵੀ ਚੀਜ਼ ਨੂੰ ਯਕੀਨ ਕਰਨ ਵਾਸਤੇ ਤੁਸੀਂ ਆਨਲਾਈਨ ਫਾਈਲ ਨੂੰ ਚੈੱਕ ਕਰੋ। ਆਨਲਾਈਨ ਹੈ ਆਸਟ੍ਰੇਲੀਆ ਦੇ ਸਾਰਾ ਪ੍ਰੋਸੈਸਿੰਗ ਆਨਲਾਈਨ ਹੈ, ਤੁਸੀਂ ਜਾ ਕੇ ਜੋ ਚੈੱਕ ਕਰਦੇ ਹੋ ਦੇਖਦੇ ਹੋ, ਤੁਹਾਨੂੰ ਦੇਖਦੇ ਹੋ ਵੀ ਤੁਹਾਨੂੰ ਦਿਖ ਜਾਏਗਾ ਵੀ ਕਿਸ ਦਿਨ ਨੂੰ ਫਾਈਲ ਅਪਲਾਈ ਹੋਈ ਹੈ, ਕਿਸ ਦਿਨ ਨੂੰ ਵੀਜ਼ਾ ਗ੍ਰਾਂਟ ਹੋਇਆ, ਤੇ ਇਹ ਸਾਰੀਆਂ ਚੀਜ਼ਾਂ ਸਾਰੀਆਂ ਬਲੈਕ ਐਂਡ ਵਾਈਟ 'ਚ ਸਟੇਟ ਫਾਰਵਰਡ ਹੁੰਦੀਆਂ। ਇਸ ਕਰਕੇ ਬਿਫੋਰ ਯੂ ਡਿਸਾਈਡ ਅਪੋਨ ਯੋਰ ਕੰਸਲਟੈਂਟ ਵੀ ਆਪਦਾ ਜਿਹੜਾ ਕੰਸਲਟੈਂਟ ਹੈ ਉਹਨੂੰ ਚੁਣਨ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਵੀ ਉਹਨਾਂ ਨੇ ਕਿਸ ਤਰੀਕੇ ਦੇ ਵੀਜ਼ੇ ਲਗਾਏ ਨੇ। ਵੀਜ਼ਾ ਜਿਹੜੇ ਹੈਗੇ ਨੇ ਆਨਲਾਈਨ ਜ਼ਰੂਰ ਚੈੱਕ ਕਰੋ, ਪ੍ਰੋਫਾਈਲ ਬੱਚੇ ਦੀ ਚੈੱਕ ਕਰੋ, ਫਿਰ ਤੁਸੀਂ ਅਪਲਾਈ ਕਰੋ। ਤੇ ਜਿਹੜਾ ਅੱਜ ਕੱਲ੍ਹ ਸਿਸਟਮ ਚੱਲ ਰਿਹਾ ਵੀ ਫੇਕ ਡਾਕੂਮੈਂਟਸ 'ਤੇ ਵੀਜ਼ਾ ਲੈਣ ਦਾ ਜਾਂ ਫੇਕ ਫਾਈਨੈਂਸ਼ੀਅਲ ਡਾਕੂਮੈਂਟਸ 'ਤੇ ਵੀਜ਼ਾ ਅਪਲਾਈ ਕਰਨ ਦਾ, ਉਸ ਤੋਂ ਬਚੋ। ਇਹਦੇ ਨਾਲ ਤੁਸੀਂ ਇੱਕ ਕੰਟਰੀ 'ਚ ਨਹੀਂ ਤੁਸੀਂ ਆਪਣੀ ਪ੍ਰੋਫਾਈਲ ਖਰਾਬ ਕਰੋਗੇ, ਤੁਸੀਂ ਬਾਕੀ ਕੰਟਰੀਆਂ 'ਚ ਵੀ ਪ੍ਰੋਫਾਈਲ ਖਰਾਬ ਕਰੋਗੇ, ਕਿਉਂਕਿ ਸਾਰੀ ਦੀ ਸਾਰੀ ਜਿਹੜੀ ਡੇਟਾ ਸ਼ੇਅਰਿੰਗ ਹੈਗੀ ਹੈ ਸਾਰੇ ਵੱਡੇ ਕੰਟਰੀਜ਼ ਹੈ ਜਿਵੇਂ ਕੈਨੇਡਾ, ਆਸਟ੍ਰੇਲੀਆ, UK, USA, ਨਿਊਜ਼ੀਲੈਂਡ, ਸਾਰੇ ਵਧੀਆ ਕੰਟਰੀਆਂ 'ਚ ਡੇਟਾ ਸ਼ੇਅਰਿੰਗ ਹੁੰਦੀ ਹੈ। ਇਸ ਕਰਕੇ ਇੱਕ ਜਗ੍ਹਾ ਤੁਸੀਂ ਅਗਰ ਡਾਕੂਮੈਂਟ ਫੇਕ ਲਗਾ ਕੇ ਅਪਲਾਈ ਕਰਦੇ ਹੋ ਤੇ ਦੂਸਰੀ ਜਗ੍ਹਾ ਫਿਰ ਤੁਸੀਂ ਕਹਿੰਦੇ ਹੋ ਵੀ ਮੈਂ ਸਹੀ ਡਾਕੂਮੈਂਟ 'ਤੇ ਲਗਾ ਦਾਂ ਜਾਂ ਮੇਰਾ ਨਹੀਂ ਪਤਾ ਲੱਗੇਗਾ, ਐਸਾ ਨਹੀਂ ਹੈਗਾ, ਤੁਸੀਂ ਫਸ ਜਾਓਗੇ, ਤੁਹਾਨੂੰ ਪ੍ਰੋਬਲਮ ਆਏਗੀ। ਇਸ ਕਰਕੇ ਜਿਹੜੀ ਚੀਜ਼ ਸਹੀ ਤਰੀਕੇ ਨਾਲ ਹੀ ਰੱਖ ਸਕਦੀ ਹੈ ਤਾਂ ਆਪਾਂ ਨੂੰ ਕਿਉਂ ਫੇਕ ਡਾਕੂਮੈਂਟ ਲਗਾਉਣੇ। ਤੇ ਹੁਣ ਆਪਾਂ 2020 ਦੀ ਗੱਲ ਕਰੀਏ ਕਿ ਤੁਹਾਡਾ 2020 ਦਾ ਕੇਸ ਹੈ, +2 ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਤੁਸੀਂ ਕੁਛ ਨਹੀਂ ਕੀਤਾ, ਬਜਾਏ ਕਿ ਫੇਕ ਡਾਕੂਮੈਂਟ ਦੇ ਤੁਸੀਂ ਐਕਸਪਲੇਨੇਸ਼ਨ ਦਿਖਾ ਕੇ ਜਾਂ ਲਗਾ ਕੇ ਤੁਸੀਂ ਵੀਜ਼ਾ ਲੈ ਸਕਦੇ ਹੋ। ਤੇ ਜਿਹੜੇ ਦੋਨੋਂ ਬੱਚਿਆਂ ਦੀ ਪ੍ਰੋਫਾਈਲਾਂ ਮੈਂ ਤੁਹਾਡੇ ਸਾਹਮਣੇ ਸ਼ੇਅਰ ਕੀਤੀਆਂ, ਜ਼ਰੂਰ ਤੁਸੀਂ ਆ ਕੇ ਡਾਕੂਮੈਂਟ ਚੈੱਕ ਕਰੋ ਇਹਨਾਂ ਦੇ, ਲਾਈਕ ਇਹ ਵੀ ਦੇਖੋ ਕਿਹੜੇ ਸਾਲ 'ਚ +2 ਕੀਤੀ ਹੈ ਇਹਨਾਂ ਨੇ, ਕਿਦੋਂ ਵੀਜ਼ਾ ਅਪਲਾਈ ਹੋਇਆ, ਕਿਦੋਂ ਗ੍ਰਾਂਟ ਹੋਇਆ, ਜ਼ਰੂਰ ਤੁਸੀਂ ਆਪਣਾ ਇੱਕ ਵਾਰੀ ਆ ਕੇ ਸਾਡੇ ਆਫਿਸ ਚੈੱਕ ਕਰੋ। ਬਾਕੀ ਬਥੇਰੀ ਜਾਣਕਾਰੀ ਵਾਸਤੇ ਨੀਚੇ ਦਿੱਤੇ ਹੋਏ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸਾਡੀ ਕੰਪਨੀ ਤੁਹਾਨੂੰ ਪ੍ਰੋਬਲਮਸ ਨਹੀਂ ਗਿਣਾਏਗੀ ਵੀ ਤੁਹਾਡੇ ਕੇਸ 'ਚ ਕੀ ਪ੍ਰੋਬਲਮਸ ਹੈ, ਸਾਡੀ ਕੰਪਨੀ ਤੁਹਾਨੂੰ ਦੱਸੇਗੀ ਵੀ ਸੋਲਿਊਸ਼ਨ ਕੀ ਹੈ ਤੁਹਾਡੀ ਜਿਹੜੀ ਪ੍ਰੋਬਲਮ ਦਾ। ਤੁਹਾਡੇ ਕੋਲ ਫਾਈਨੈਂਸ਼ੀਅਲਸ ਨਹੀਂ ਹੈਗੇ, ਉਹਦਾ ਕੀ ਸੋਲਿਊਸ਼ਨ ਹੈ, ਤੁਹਾਡਾ ਗੈਪ ਹੈਗਾ ਉਹਦਾ ਕੀ ਸੋਲਿਊਸ਼ਨ ਹੈ, ਤੁਹਾਡੇ ਕੋਲ ਬੈਂਡ ਘੱਟ ਨੇ ਜਾਂ ਫਿਰ ਤੁਹਾਡੇ ਆਰਟਸ 'ਤੇ ਤੁਸੀਂ BA ਕੀਤੀ ਹੈ ਜਾਂ +2 ਆਰਟਸ ਕੀਤੀ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਵੀਜ਼ਾ ਅਪਲਾਈ ਕਰਕੇ ਵੀਜ਼ਾ ਗ੍ਰਾਂਟ ਕਰਾ ਸਕਦੇ ਹੋ। ਇਹ ਜਿਹੜੇ ਆਰਟਸ ਦੇ ਬੱਚੇ ਦੀ ਫਾਈਲ ਲਗਾਉਣੀ ਥੋੜ੍ਹੀ ਜਿਹੀ ਮੁਸ਼ਕਿਲ ਹੁੰਦੀ ਹੈ, ਥੋੜ੍ਹਾ ਤਰੀਕੇ ਨਾਲ ਤੇ ਧਿਆਨ ਨਾਲ ਲਗਾਈ ਜਾਂਦੀ ਹੈ ਫਾਈਲ, ਤੇ ਸਾਡੀ ਕੰਪਨੀ ਇਹ ਚੀਜ਼ ਦਾ ਧਿਆਨ ਰੱਖਦੀ ਹੈ ਵੀ ਆਰਟਸ ਦੇ ਬੱਚੇ ਨੂੰ, BA ਵਾਲੇ ਬੱਚੇ ਨੂੰ ਕਿਸ ਤਰੀਕੇ ਨਾਲ ਅਸੀਂ +2 ਤੋਂ ਬਾਅਦ ਅਗਰ ਆਰਟਸ ਹੈ ਜਾਂ BA ਹੈਗੀ ਹੈ ਤੇ ਉਸ ਨੂੰ ਕਿਸ ਤਰੀਕੇ ਨਾਲ ਆਪਾਂ ਅਪਲਾਈ ਕਰਕੇ ਸਾਨੂੰ ਸਕਸੈਸਫੁਲੀ ਵੀਜ਼ਾ ਲੈ ਕੇ ਦੇ ਸਕਦੇ ਹਾਂ। ਬਾਕੀ ਕਾਮਰਸ, ਨਾਨ ਮੈਡੀਕਲ, ਆਰਟਸ ਦੇ ਜਿਹੜੇ ਮੈਡੀਕਲ ਦੇ ਬੱਚੇ ਹੈਗੇ ਨੇ, ਕੋਈ BTech ਕੀਤੀ ਹੈ, BB ਕੀਤੀ ਹੈ, ਉਹ ਪ੍ਰੋਫਾਈਲਾਂ ਤਾਂ ਚਲੋ ਰੂਟੀਨ 'ਚ ਲੱਗ ਹੀ ਜਾਂਦੀਆਂ, ਬਟ ਅਗਰ ਤੁਹਾਡੇ 6 ਬੈਂਡ ਓਵਰਆਲ ਨੇ 5.5 ਤੋਂ ਘੱਟ ਨਹੀਂ ਤੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਅਗਰ ਤੁਸੀਂ +2 ਕੀਤੀ ਹੈ 5.5 ਬੈਂਡ ਹੈ, 5 ਤੋਂ ਘੱਟ ਨਹੀਂ ਹੈਗੇ, ਜ਼ਰੂਰ ਸਾਡੀ ਕੰਪਨੀ 'ਚ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ। ਅਸੀਂ ਤੁਹਾਨੂੰ ਦੇਵਾਂਗੇ ਯੂਨੀਵਰਸਿਟੀਜ਼ ਲੈਵਲ 1 ਦੀਆਂ, ਅਗਰ 5.5 ਬੈਂਡ ਹੈ +2 ਹੈ ਤਾਂ ਡਿਪਲੋਮਾ ਦੀ ਡਿਗਰੀ ਦੇਵਾਂਗੇ, ਯੂਨੀਵਰਸਿਟੀ ਦੇਵਾਂਗੇ ਲੈਵਲ 1 'ਚ ਦੇਵਾਂਗੇ। ਤੇ ਅਗਰ ਤੁਸੀਂ 6 ਬੈਂਡ ਹੈ 5.5 ਤੋਂ ਘੱਟ ਨਹੀਂ ਤੇ ਗ੍ਰੈਜੂਏਸ਼ਨ ਕੀਤੀ ਹੈ ਤੇ ਅਸੀਂ ਤੁਹਾਨੂੰ ਦੇਵਾਂਗੇ ਲੈਵਲ 1 ਦੀ ਯੂਨੀਵਰਸਿਟੀ ਦੇਵਾਂਗੇ ਤੇ ਡਾਇਰੈਕਟ ਮਾਸਟਰ ਡਿਗਰੀ ਤੁਹਾਨੂੰ ਦੇਵਾਂਗੇ। ਤੇ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਆਪਸ਼ਨਸ ਅਵੇਲੇਬਲ ਨੇ। ਸਾਡਾ ਆਫਿਸ ਆਸਟ੍ਰੇਲੀਆ ਵੀ ਹੈਗਾ ਤੇ ਕੱਲ੍ਹ ਨੂੰ ਜਾ ਕੇ ਜਦ ਤੁਸੀਂ ਆਸਟ੍ਰੇਲੀਆ ਪਹੁੰਚਦੇ ਹੋ ਤੇ ਤੁਸੀਂ ਅਗਰ ਕੋਈ ਕੋਰਸ ਚੇਂਜ ਕਰਨਾ, ਕਾਲਜ ਚੇਂਜ ਕਰਨਾ, ਲੋਕੇਸ਼ਨ ਚੇਂਜ ਕਰਨੀ ਹੈ ਜਾਂ ਕੋਈ ਬੈਚਲਰ ਜਾਂ ਮਾਸਟਰ ਤੁਸੀਂ ਡਿਪਲੋਮਾ 'ਚ ਚੇਂਜ ਕਰਨਾ, ਤੁਸੀਂ ਸਾਨੂੰ ਆਫਿਸ 'ਚੋਂ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਜਾਂਦੇ ਸਾਰ ਵੀ ਤੁਹਾਡਾ ਕੋਰਸ ਤੇ ਜਿਹੜਾ ਕਾਲਜ ਹੈ ਚੇਂਜ ਕਰਵਾ ਸਕਦੇ ਹਾਂ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।